एक ओंकार सतनाम करता पुरख निर्भव निर्वैर अकाल मूरत अजूनी सैवं गुर प्रसाद जप आद सच जुगाद सच है भी सच नानक होसी भी सच अगम गोचर सच साहिब मेरा नानक बोले बुलाया तेरा परम सत्कारयोग धन धन श्री गुरु ग्रंथ साहिब जी महाराज सच्चे पातशाह जी दे पावन चरना कमलों विखे हाजरीन गुरमुख प्यारे सत्संगी जनों, गुरु पातशाह जी ने बख्शिश की है सतसंगत का अमोलक समा बख्शिश किया है। 20 मिनट की हाजरी का समा प्राप्त होया है, हुक्म होया है। सो आपां गुरबाणी की विचार नाल जुड़ना है तां जो सतसंगत विच आया होया साडा सफला होवे, सानू समझ पै जावे कि ये सानू जीवन क्यों प्राप्त होया है। अज नानकशाही नवा साल 553 आरंभ होया है। प्रथम आप सब संगतां नूं नवे साल दीआं लख लख वधाइयां होण। सो अज चेत दे महीने का आगाज होया है। 12 माह की पावन बाणी जो गुरु अर्जन देव महाराज जी की माझ राग दे विच उचारण की हुई है। जो माझ राग है श्री गुरु ग्रंथ साहिब महाराज जी के अंदर माझ राग का दूसरा नंबर है और माझ राग जिहड़ा है ये संपूर्ण जाति का राग है। इसनूं जिहड़ा गाण का समा है वो दिन का चौथा पहर है। चौथा पहर दिन का जो 3 बजे तो लैके शाम के 6 बजे तक का ये दिन का चौथा पहर है। इस तरह रात का जिहड़ा चौथा पहर हुंदा वो सवेरे 3 बजे तो लैके 6 बजे तक का जिन्हों अमृत वेले का पहर भी आख्या गया है। माझ राग दे विच सतगुरु पातशाह जी ने बाणी उचारण की है। इस पावन बाणी दियां 14 पौड़ियां हन और 2 पौड़ियां जिहड़ियां ने वो मंगलाचरण के रूप में हैं। 12 महीनों का उपदेश 12 महीनों द्वारा महाराज ने उपदेश किया है। प्रथम पहली पौड़ी आरंभक मंगलाचरण जिहड़ा है आरंभता का मंगलाचरण है। अखीरली पौड़ी जिहड़ी है वो समाप्ति का मंगलाचरण है। तो जदों आप इस बाणी की आरंभता विच जिहड़ी पहली पौड़ी पढ़ते हाँ उत्थे धन गुरु अर्जन देव जी महाराज जिहड़ा पहला वचन आखिया है किरत कर्म के विछड़े कर किरपा मेलो राम। संसार के अंदर सारे धर्मां ने कर्मां की गल कीती है
ਖਾਸ ਕਰਕੇ ਜਿਹੜੇ 6 ਸ਼ਾਸਤਰ ਹਨ ਉਹਨਾਂ ਵਿੱਚੋਂ ਜਿਹੜਾ ਮੀਮਾਂਸਾ ਸ਼ਾਸਤਰ ਹੈ ਉਹਦਾ ਰਿਖੀ ਹੈ, ਉਹਦਾ ਕਰਤਾ ਹੈ ਜੈਮਨ ਰਿਖੀ। ਜੈਮਨ ਰਿਖੀ ਨੇ ਕਰਮਾਂ ਦੀ ਬੜੀ ਗੱਲ ਕੀਤੀ ਹੈ, ਰੋਗ ਦੱਸਿਆ ਹੈ ਪਰ ਉਸ ਰੋਗ ਦਾ ਕੋਈ ਪੱਕਾ ਇਲਾਜ ਨਹੀਂ ਦੱਸਿਆ। ਜਿਵੇਂ ਆਪਾਂ ਵੇਖਦੇ ਹਾਂ ਅੱਜ ਕੱਲ੍ਹ ਵੀ ਇਹ ਜਿਹੜੀਆਂ ਆਪਾਂ ਦਵਾਈਆਂ ਲੈ ਕੇ ਖਾਂਦੇ ਹਾਂ ਨਾ, ਅੰਗਰੇਜ਼ੀ ਦਵਾਈਆਂ ਜਿਹੜੀਆਂ ਨੇ ਇਹ ਪੱਕਾ ਇਲਾਜ ਨਹੀਂ ਹੈ, ਸਗੋਂ ਹੋਰ ਰੋਗ ਪੈਦਾ ਕਰਦੀਆਂ ਨੇ। ਇਹਨਾਂ ਨੂੰ ਇਹ ਆਰਾਮ ਤਾਂ ਛੇਤੀ ਦਿੰਦੀਆਂ ਨੇ ਔਰ ਬੰਦੇ ਨੂੰ ਇੱਦਾਂ ਲੱਗਦਾ ਵੀ ਛੇਤੀ ਠੀਕ ਹੋ ਗਿਆ, ਪਰ ਇਹ ਬਿਮਾਰੀ ਕਿਸੇ ਨਾ ਕਿਸੇ ਦਵਾਈ ਕਿਸੇ ਨਾ ਕਿਸੇ ਹੋਰ ਰੂਪ ਦੇ ਵਿੱਚ ਰੋਗ ਹੋ ਕੇ ਪ੍ਰਗਟ ਹੋ ਜਾਂਦੀ ਹੈ। ਇਸੇ ਤਰ੍ਹਾਂ ਮੀਮਾਂਸਾ ਸ਼ਾਸਤਰ ਦੇ ਵਿੱਚ ਕਰਮਾਂ ਦੀ ਗੱਲ ਕੀਤੀ ਗਈ ਹੈ ਤੇ ਦੱਸਿਆ ਗਿਆ ਵੀ ਇਹ ਕਰਮ ਕਰੋਗੇ ਇਹਦਾ ਇਹ ਫਲ ਹੈ, ਤੇ ਇਹ ਕਰਮ ਕਰੋਗੇ ਇਹਦਾ ਇਹ ਫਲ ਹੈ। ਪਰ ਜਦੋਂ ਹੁਣ ਮਨੁੱਖ ਕਰਮ ਕਰਦਾ ਹੈ, ਇੱਕ ਚੰਗਾ ਕਰਮ ਕਰਦਾ ਹੈ, ਨਾਲ ਉਹਦੇ ਕੁਦਰਤ ਦੀ ਗੱਲ ਹੈ ਮਾੜਾ ਕਰਮ ਹੀ ਹੋ ਜਾਂਦਾ ਹੈ। ਕੋਈ ਨਾ ਕੋਈ ਸੰਸਾਰ ਵਿੱਚ ਵਿਚਰਦੇ ਹਾਂ, ਜਿੱਥੇ ਆਪਾਂ ਕਰਮ ਕਰਦੇ ਹਾਂ ਇੱਕ ਚੰਗਾ ਵੀ ਹੁੰਦਾ ਤੇ ਮਾੜਾ ਵੀ ਹੋ ਜਾਂਦਾ, ਕੁਦਰਤੀ ਤੌਰ ਤੇ ਇਹ ਗੱਲ ਹੈ। ਹੁਣ ਇਸ ਬਿਮਾਰੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਕਰਮਾਂ ਦੀ ਗਤੀ ਦੇ ਵਿੱਚ ਹੀ ਸਾਰਾ ਸੰਸਾਰ। ਫਿਰ ਮਹਾਰਾਜ ਪੰਚਮ ਪਾਤਸ਼ਾਹ ਵੀ ਕਹਿ ਰਹੇ ਨੇ, ਕੀਤੇ ਹੋਏ ਕਰਮਾਂ ਕਰਕੇ ਤੇਰੇ ਤੋਂ ਵਿਛੜ ਗਏ ਹਾਂ। ਪਰਮਾਤਮਾ ਸਾਡੇ ਤੋਂ ਦੂਰ ਨਹੀਂ ਹੈ, ਅਸੀਂ ਆਪਣੇ ਕਰਮਾਂ ਕਰਕੇ ਉਹਦੇ ਤੋਂ ਦੂਰ ਚਲੇ ਗਏ ਹਾਂ। ਔਰ ਦੂਰੀ ਤਨ ਕਰਕੇ ਨਹੀਂ ਹੈ, ਇਹ ਵੀ ਨਾਲ ਹੈ, ਦੂਰੀ ਸਾਡੀ ਮਨ ਕਰਕੇ ਹੈ। ਤਨ ਕਰਕੇ ਆਪਾਂ ਪਰਮਾਤਮਾ ਤੋਂ ਦੂਰ ਨਹੀਂ ਜਾ ਸਕਦੇ, ਮਨ ਕਰਕੇ ਦੂਰੀ ਪੈ ਗਈ ਹੈ। ਤਨ ਦੀ ਦੂਰੀ ਨਹੀਂ ਮੰਨੀ ਗਈ ਇੰਨੀ ਜਿੰਨੀ ਮਨ ਦੀ ਦੂਰੀ ਖਤਰਨਾਕ ਹੈ। ਇਹਦਾ ਇੱਕ ਆਪਾਂ ਪ੍ਰਮਾਣ ਲੈ ਲਈਏ, ਜਿਵੇਂ ਦੋ ਸਕੇ ਭਰਾ ਨੇ ਜਾਂ ਕੋਈ ਬੱਚਾ ਹੈ, ਉਹ ਆਪਣੇ ਮਾਂ ਪਿਓ ਦੇ ਨਾਲ ਲੜ ਪਿਆ ਹੈ, ਝਗੜਾ ਹੋ ਗਿਆ ਹੈ, ਕਿਸੇ ਗੱਲ ਤੇ ਸਹਿਮਤੀ ਨਹੀਂ ਹੋਈ, ਇੱਥੋਂ ਤੱਕ ਗੱਲ ਵੱਧ ਗਈ ਹੈ, ਉਹ ਆਪਣੇ ਮਾਂ ਪਿਓ ਨਾਲੋਂ ਵੱਖਰਾ ਹੋ ਗਿਆ ਆਪਣਾ ਪਰਿਵਾਰ ਲੈ ਕੇ, ਤੇ ਵੱਖਰਾ ਵੀ ਕੋਈ ਦੂਰ ਨਹੀਂ, ਉਸੇ ਘਰ ਦੇ ਵਿੱਚ ਹੀ ਉਹਨੇ ਕੰਧ ਮਾਰ ਲਈ ਹੈ। ਜਿਸੇ ਘਰ ਵਿੱਚ ਜੰਮਿਆ ਪਲਿਆ ਸੀ, ਵਿਆਹ ਹੋਇਆ, ਉਸੇ ਘਰ ਦੇ ਵਿੱਚ ਹੀ ਉਹ ਵੱਖਰਾ ਹੋ ਗਿਆ। ਹੁਣ ਤਨ ਕਰਕੇ ਬਿਲਕੁਲ ਨੇੜੇ ਹੈ, ਤਨ ਕਰਕੇ ਦੂਰੀ ਕੋਈ ਦੂਰੀ ਨਹੀਂ ਹੈ, ਪਰ ਮਨ ਕਰਕੇ ਉਹ ਬੜਾ ਦੂਰ ਚਲਾ ਗਿਆ ਹੈ। ਮਾਂ ਪਿਓ ਦੁਖੀ ਨੇ, ਰੋਗੀ ਨੇ, ਉਹਨੂੰ ਇਸ ਗੱਲ ਨਾਲ ਕੋਈ ਸੰਬੰਧ ਨਹੀਂ ਹੈ, ਕਿਉਂਕਿ ਮਨ ਵਿੱਚ ਦੂਰੀ ਆ ਗਈ ਹੈ। ਇਸੇ ਤਰ੍ਹਾਂ ਪਰਮਾਤਮਾ ਸਾਡੇ ਤੋਂ ਦੂਰ ਨਹੀਂ ਹੈ, ਸਾਡੇ ਕਰਮ ਅਸੀਂ ਇਸ ਤਰ੍ਹਾਂ ਦੇ ਕਰ ਬੈਠੇ, ਸਾਡੀ ਪਰਮਾਤਮਾ ਦੇ ਨਾਲ ਉਹਦੇ ਹੁਕਮ ਨਾਲ ਸਾਡੀ ਸਹਿਮਤੀ ਨਹੀਂ ਹੋਈ, ਉਹਦੇ ਤੋਂ ਦੂਰ ਹੋ ਗਿਆ ਹੈ ਤਾਂ ਨੇੜੇ ਬਿਲਕੁਲ ਸਾਡੇ। ਕਿੰਨਾ ਕੁ ਨੇੜੇ ਹੈ? ਭਗਤ ਰਵਿਦਾਸ ਜੀ ਕਹਿੰਦੇ, ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋ ਹੋਈ। ਉਹ ਤਾਂ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ, ਪਰ ਦੂਰੀ ਦਾ ਕਾਰਨ ਸਾਡਾ ਕਰਮ ਹੈ, ਕਿਉਂਕਿ ਅਸੀਂ ਪਰਮਾਤਮਾ ਦੇ ਹੁਕਮ ਨਾਲ ਸਹਿਮਤ ਨਹੀਂ ਹੋਏ। ਤੇ ਗੁਰਬਾਣੀ ਵਿੱਚ ਮਹਾਰਾਜ ਇੱਕ ਗੱਲ ਕਹਿੰਦੇ ਨੇ, ਸਭ ਤੋਂ ਵੱਡੀ ਗੱਲ ਹੈ ਤੁਹਾਨੂੰ ਪਰਮਾਤਮਾ ਦੇ ਹੁਕਮ ਵਿੱਚ ਚੱਲਣਾ ਚਾਹੀਦਾ ਹੈ। ਪਰ ਹੁਕਮ ਵਿੱਚ ਆਪਾਂ ਤਾਂ ਚੱਲਾਂਗੇ, ਪਹਿਲਾਂ ਆਪਾਂ ਨੂੰ ਹੁਕਮ ਦੀ ਡੈਫੀਨੇਸ਼ਨ ਪਤਾ ਹੋਵੇ, ਹੁਕਮ ਦੀ ਪਰਿਭਾਸ਼ਾ ਪਤਾ ਹੋਵੇ, ਹੁਕਮ ਕਹਿੰਦੇ ਕਿਸ ਨੂੰ ਨੇ। ਇਹ ਆਪਾਂ ਆਮ ਸੁਣਦੇ ਹਾਂ, ਹੁਕਮ ਵਿੱਚ ਚੱਲੋ, ਹੁਕਮ ਕਿਸ ਨੂੰ ਕਹਿੰਦੇ ਨੇ? ਜੇ ਆਪਾਂ ਨੂੰ ਕੋਈ ਸਵਾਲ ਕਰ ਲਵੇ ਗੁਰਬਾਣੀ ਦੇ ਅਕੋਰਡਿੰਗ, ਗੁਰਬਾਣੀ ਦੇ ਮੁਤਾਬਕ ਤੁਸੀਂ ਦੱਸੋ ਹੁਕਮ ਕਿਸ ਨੂੰ ਕਹਿੰਦੇ ਨੇ, ਤੇ ਆਪਾਂ ਕੀ ਕਵਾਂਗੇ? ਇਹਨੂੰ ਵੀ ਗੁਰਬਾਣੀ ਵਿੱਚੋਂ ਸਮਝਣਾ ਪਵੇਗਾ ਕਿ ਹੁਕਮ ਕੀ ਹੈ। ਕਿਉਂਕਿ ਜਿਹੜੀ ਆਪਾਂ ਕੋਈ ਜਿਵੇਂ ਗੱਡੀ ਚਲਾਉਂਦੇ ਹਾਂ, ਜਾਂ ਮੋਬਾਈਲ ਹੈ, ਜਾਂ ਕੰਪਿਊਟਰ ਹੈ, ਕੋਈ ਵੀ ਵਾਹਨ, ਕੋਈ ਵੀ ਯੰਤਰ ਹੈ, ਆਪਾਂ ਉਹਨੂੰ ਚਲਾਉਂਦੇ ਹਾਂ, ਆਪਾਂ ਉਹਦੀ ਜਾਣਕਾਰੀ ਲੈਂਦੇ ਹਾਂ। ਗੱਡੀ ਚਲਾਉਂਦੇ ਹਾਂ, ਉਹਦੇ ਵਿੱਚ ਪਹਿਲਾਂ ਪੁੱਛਦੇ ਹਾਂ ਬ੍ਰੇਕ ਕਿੱਥੇ ਹੈ, ਪਹਿਲਾਂ ਦੱਸਿਆ ਜਾਂਦਾ ਬ੍ਰੇਕ ਇਹ ਹੈ, ਐਕਸੀਲੇਟਰ ਇਹ ਹੈ, ਇਹ ਕਲੱਚ ਹੈ, ਇਹ ਗੇਅਰ ਹਨ, ਇਸ ਤਰ੍ਹਾਂ ਇਹ
रिवर्स गेयर है, इस तरह ये गेयर पैणगे, इस तरह ये कर्म करेगा। पहला उन्हें समझते हाँ कि पहले ही जाके गड्डी चलान लग जाते हैं। जे पहला जला के चलावांगे तो मारांगे, एक्सीडेंट करांगे, गड्डी का भी नुकसान, अपना भी नुकसान। कंप्यूटर चलाना सीखते हैं, वो बारे भी सारी जानकारी लेंदे आ, किहड़े किहड़े फंक्शन ने, किवें किवें चलाना है, उन्होंने समझ लिया, फिर चलाया, फिर उहदे तो लाभ मिलता है। कोई भी चीज़ है संसार के अंदर, ये बिजली नाल किन्ने उपकरण चल रहे हैं, सुख लै रहे हाँ, तो जे आपां इहनूं उल्ट चलांगे ये तो खतरा भी बड़ा वड्डा है, नुकसान भी बहुत वड्डा है। गड्डी का लाभ भी बहुत वड्डा है, नुकसान भी बहुत वड्डा है। उहदे तो गलत उल्ट हो गए तो नुकसान बहुत वड्डा है। कंप्यूटर नूं चलाना सीख लिया, जे सही तरीके नाल मर्यादा नाल चलावांगे लाभ है, पर उहदे विचों जे आपां गलत भी लोग कर्म कर लैंदे ने, उहदे विच नुकसान भी बहुत वड्डा है। इस तरह हुक्म दे जे आपां उल्ट चलांगे नुकसान बहुत वड्डा है। तो हुक्म नूं समझना पवेगा, हुक्म है कि गुरबाणी विच महाराज जपजी साहिब दे आरंभ विच ही कहता, सारी खेड हुक्म दी है। तो महाराज कहते हुक्म रजाई चलना नानक लिखिया नाल, ये नाल सारियां दे लिखिया होया आया है। तुहानू हुक्म दे विच चलना पवेगा जे सुख लेना है, सारियां दे नाल है। जिमें आपां इस मुल्क विच रहिंदे हां, हिंदुस्तान दे विच, इंडिया दे विच, जो इत्थों दा संविधान है, जो इत्थों दा कानून है, वो सारियां वास्ते है भी जेड़ा पढ़ाई करेगा उन्होंने ये पदवी मिल सकती है, जेड़ा कोई कतल करेगा, डाका मारेगा, कोई दुराचार करेगा, उहदे वास्ते ये कानून है, उन्होंने ये सज़ा मिलेगी। सारियां वास्ते है, संविधान च लिखिया होया है। तो इस तरह हुक्म वाहिगुरू का सानू मनना पवेगा, सरकार का कानून आपां नूं मनना पवेगा। जे आपां ना मनांगे सरकार दे दोषी होवांगे। सरकार ने दूजे मुल्क दे बार्डर लाया होया है, उस बार्डर नूं मर्यादा विच आपां क्रॉस कर सकते हाँ, कोई खतरा नहीं। पर बेमर्यादे चलांगे, कानून तो बाहर चलांगे, इधरों भी खतरा है, उधरों भी खतरा है। हुक्म पहला इनू समझ लीए हुक्म की है, क्योंकि फिर उहदे मुताबक आपां कर्म करने ने, ते कीते हुए कर्मां करके रब नालों विछोड़ा पिया होया है। हुक्म नूं समझ लीए कि वाहिगुरू परमात्मा ने जिस कैटागरी विच सानू रखिया है, जो सानू परिवार दिता है, जो सानू किरत दिती है, ये उहदा हुक्म है। आपां उहदे इस हुक्म नूं पहलां समझ लीए, ये वाहिगुरू दा हुक्म, उहदे हुक्म दे मुताबक सानू ये जीवन मिलिया है। ते कोई भी मनुख तुसीं वेखो, आपां सारे ही वाहिगुरू दे पहले इस हुक्म ते खुश नहीं हाँ, क्योंकि बंदा अंदरों अंदर ही उलांभा देंदा, परमात्मा तू मैनू शक्ल इस तरह की नहीं दिती, तू मैनू इस तरह के घर में जन्म क्यों नहीं दिता, तू मैनू इस तरह का परिवार, इस तरह के बच्चे क्यों नहीं दिते, इस तरह का कारोबार क्यों नहीं दिता। महाराज कहते तेनू वाहिगुरू के हुक्म में मिलिया, पहला इसनू एक्सैप्ट कर लै, भी ठीक धारण कर लै, जो मैनू मिलिया है वाहिगुरू, मेरी ये औकात नहीं सी, तू मैनू दिता है, तेरा धन्नवाद। सुखमनी साहब आपां पढ़ते हैं, उत्थे महाराज ने यही गल समझाई है। जदों आपां 6वीं अष्टपदी पढ़ते हैं, महाराज कहते काम क्रोध अर लोभ मोह बिन सजाए हम एव नानक प्रभ सरनागति कर प्रसाद गुरुदेव। तो महाराज कहते जे प्रसाद छत्ती अमृत खाएं, साडे विच औकात नहीं, अपनी कोई पाया नहीं भी आपां 36 तरह के पदार्थां नूं भोग लईए। ये वाहिगुरू ने कृपा करती, शरीर अरोग दिता है तां भोग रहे हैं। जे कोई रोग ला दिंदा, कई बच्चों नूं जन्म तो रोग हुंदा है, वो कोई पदार्थ पाबंदी हुंदी भी तुसीं ये पदार्थ नहीं खा सकते। कई बच्चों का ब्लैड नहीं बनता, खून नहीं बनता, उन्होंने बीमारी है कुदरती तौर पर, एक कर्म की गति है। तो वो किसी को यह भी हुंदा भी इस तरह का कपड़ा नहीं पा सकता। आपां वेखो कई बंदियां कपड़े तो एलर्जी हुंदी है, वो कोई कपड़ा पा लैन उहदे तो एलर्जी हो जाती है, इस करके वो कपड़ा नहीं पाते।
ਜੇ ਆਪਾਂ ਨੂੰ ਸਾਰਾ ਕੁਝ ਇਹ ਸੁੱਖ ਦੇ ਰਿਹਾ, ਆਪਾਂ ਜਿਸ ਤਰ੍ਹਾਂ ਦਾ ਮਰਜ਼ੀ ਕੱਪੜਾ ਪਾਈਏ, ਜਿਸ ਤਰ੍ਹਾਂ ਦਾ ਮਰਜ਼ੀ ਖਾਈਏ ਪੀਏ, ਇਹ ਵਾਹਿਗੁਰੂ ਨੇ ਕਿਰਪਾ ਕੀਤੀ ਹੈ। ਇਸ ਚੀਜ਼ ਨੂੰ ਪਛਾਣ ਲਈਏ ਕਿ ਇਹ ਮੇਰੀ ਆਪਣੀ ਪਾਇਆ ਨਹੀਂ, ਇਹ ਵਾਹਿਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਹੈ। ਇਸੇ ਤਰ੍ਹਾਂ ਜਦੋਂ ਇਹ ਸਾਰੀ ਚੀਜ਼ ਨੂੰ ਆਪਾਂ ਧਾਰਨ ਕਰ ਲਾਂਗੇ ਕਿ ਵਾਹਿਗੁਰੂ ਮੇਰੀ ਇਹ ਔਕਾਤ ਨਹੀਂ ਸੀ, ਤੂੰ ਮੈਨੂੰ ਇਹ ਕੁਝ ਦਿੱਤਾ ਤੇ ਆਪਾਂ ਉਹਦੇ ਹੁਕਮ ਦੇ ਵਿੱਚ ਆ ਗਏ। ਆਪਾਂ ਨੂੰ ਪਤਾ ਲੱਗ ਗਿਆ ਇਹ ਉਹਦੇ ਹੁਕਮ ਦੇ ਵਿੱਚ ਹੈ ਸਾਰਾ ਕੁਝ। ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ। ਇਸ ਤੋਂ ਅੱਗੇ ਹੁਣ ਹੁਕਮ ਇਹ ਆਪਾਂ ਸਮਝ ਲਿਆ, ਜੋ ਕੁਝ ਇਹ ਵਾਹਿਗੁਰੂ ਪਰਮਾਤਮਾ ਕਰ ਰਿਹਾ ਹੈ, ਜੋ ਕੁਝ ਸਾਨੂੰ ਦਿੱਤਾ ਹੈ ਉਹਦਾ ਹੁਕਮ ਹੈ, ਇਹ ਆਪਾਂ ਹੁਕਮ ਮੰਨ ਲਿਆ। ਤੇ ਆਪਾਂ ਅੱਧਾ ਹੁਕਮ ਮੰਨਦੇ ਆ, ਅੱਧਾ ਨਹੀਂ ਮੰਨਦੇ। ਜੇ ਆਪਾਂ ਨੂੰ ਕੁਝ ਮਿਲ ਗਿਆ ਆਪਾਂ ਖੁਸ਼ੀਆਂ ਮਨਾਉਂਦੇ ਆ, ਪੁੱਤਰ ਪੈਦਾ ਹੋ ਗਿਆ ਖੁਸ਼ੀਆਂ ਮਨਾਉਂਦੇ ਆ, ਕੋਈ ਘਰ ਵਿੱਚ ਡੈਥ ਹੋ ਗਈ ਰੋਣ ਲੱਗ ਜਾਂਦੇ ਆ। ਹੁਕਮ ਦੁੱਖ ਸੁੱਖ ਇਹ ਦੋਵੇਂ ਵਾਹਿਗੁਰੂ ਦਾ ਹੁਕਮ ਦੇ ਵਿੱਚ ਹਨ। ਸੁੱਖ ਵੀ ਉਹਦਾ ਹੁਕਮ ਹੈ, ਉਹਦੇ ਹੁਕਮ ਵਿੱਚ ਮਿਲਿਆ ਹੈ, ਤੇ ਜੇ ਕੁਝ ਵਿਛੜ ਗਿਆ ਹੈ ਦੁੱਖ ਆਇਆ ਇਹ ਵੀ ਉਹਦੇ ਹੁਕਮ ਦੇ ਵਿੱਚ ਹੈ। ਭਗਤ ਕਬੀਰ ਸਾਹਿਬ ਨੇ ਇਹਨੂੰ ਖੋਲ੍ਹਿਆ ਗੁਰਬਾਣੀ ਦੇ ਵਿੱਚ। ਵੇਖੋ ਹਰ ਇੱਕ ਸਾਡੇ ਸਵਾਲ ਦਾ ਜਵਾਬ ਦਿੱਤਾ ਹੈ। ਦਾਸ ਅਕਸਰ ਬੇਨਤੀ ਕਰਦਾ ਹੈ, ਸਾਡਾ ਭਾਈਚਾਰਾ ਸਾਰਾ ਤੇ ਆਪ ਸੰਗਤਾਂ ਵੀ ਬਹੁਤਾਤ ਗਿਣਤੀ ਵਿੱਚ ਆਪਾਂ ਗੁਰਬਾਣੀ ਨੂੰ ਕਿੱਥੇ ਵਰਤ ਰਹੇ ਹਾਂ। ਕੋਈ ਪੁਰਾਣੀ ਚੜ੍ਹਾਈ ਕਰ ਗਿਆ ਉਹਦਾ ਭੋਗ ਪਾਣਾ ਵੀ ਖੰਡ ਪਾ ਰੱਖ ਦਿਓ, ਸਹਿਜ ਪਾ ਰੱਖ ਦਿਓ, ਸੋਮੀ ਸਾਹਿਬ ਕਰਾ ਦਿਓ। ਕਿਸੇ ਬੱਚੇ ਦਾ ਜਨਮ ਹੋਇਆ ਤਾਂ ਆਪਾਂ ਪਾਠ ਕਰਾਉਣਾ ਹੈ, ਕੀਰਤਨ ਕਰਾਉਣਾ ਹੈ, ਜਾਂ ਕੋਈ ਆਪਾਂ ਕੋਠੀ ਪਾ ਲਈ ਤਾਂ ਸ਼ੁਕਰਾਨਾ, ਨੌਕਰੀ ਵਿੱਚ ਆਪਾਂ ਨੂੰ ਕਾਮਯਾਬੀ ਮਿਲ ਗਈ ਤਾਂ ਸ਼ੁਕਰਾਨਾ। ਇਸ ਤੋਂ ਅੱਗੇ ਆਪਾਂ ਕੀ ਸਮਝਿਆ ਗੁਰਬਾਣੀ ਨੂੰ, ਜਦ ਕਿ ਗੁਰਬਾਣੀ ਸਾਨੂੰ ਬ੍ਰਹਮ ਨਾਲ ਮਿਲਾਉਣ ਵਾਸਤੇ, ਰੱਬ ਨਾਲ ਇੱਕ ਕਰਨ ਵਾਸਤੇ ਹੈ। ਆਪਾਂ ਗੁਰਬਾਣੀ ਨੂੰ ਇੱਥੋਂ ਤੱਕ ਸੀਮਿਤ ਕਰ ਲਿਆ, ਇੰਨਾ ਕੁ ਦਾਇਰਾ ਬਣਾ ਲਿਆ ਵੀ ਬਸ ਭੋਗ ਪਾ ਲਿਆ, ਜਨਮ ਦਿਨ ਮਨਾ ਲਿਆ, ਵਿਆਹ ਕਰ ਲਿਆ, ਖੁਸ਼ੀਆਂ ਮਨਾ ਲਈਆਂ, ਕੋਠੀ ਦਾ ਉਦਘਾਟਨ ਕਰ ਲਿਆ, ਬਸ ਇੱਥੋਂ ਤੱਕ। ਜਦ ਕਿ ਬਾਣੀ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਗੁਰਬਾਣੀ ਬਣਨਾ ਸੀ ਆਪਾਂ, ਪਰ ਉਹ ਸਮਝਿਆ ਨਹੀਂ ਇਸ ਗੱਲ ਨੂੰ। ਹੁਣ ਭਗਤ ਕਬੀਰ ਸਾਹਿਬ ਜੀ ਇਹਨੂੰ ਦੱਸਦੇ ਨੇ, ਕਹਿੰਦੇ ਸੰਪੈ ਦੇਖ ਨਾ ਹਰਖੀਐ। ਜੇ ਰੱਬ ਨੇ ਤੈਨੂੰ ਦਿੱਤਾ ਤੇ ਬਾਤਾਂ ਭੰਗੜੇ ਨਾ ਪਾ, ਛਾਲਾਂ ਨਾ ਮਾਰ ਬਹੁਤੀਆਂ। ਸੰਪੈ ਦੇਖ ਨਾ ਹਰਖੀਐ, ਬਿਬਤ ਦੇਖ ਨਾ ਰੋਏ। ਬਿਬਤਾ ਪੈ ਜੇ ਕੋਈ ਤੇ ਰੋਣਾ ਨਹੀਂ ਹੈ। ਹੁਣ ਬੱਚੇ ਦੇਖੋ ਸਕੂਲ 'ਚ ਪੜ੍ਹਦੇ ਨੇ ਨਾ, ਜਿਹੜਾ ਇਹ ਬਿਪਤਾ ਹੁੰਦੀ ਹੈ ਨਾ, ਬਿਪਤਾ ਮਾੜੀ ਨਹੀਂ ਹੈ, ਦੁੱਖ ਮਾੜਾ ਨਹੀਂ। ਪਤਾ ਕੀ ਹੁੰਦਾ ਹੈ, ਇਹ ਜਿਹੜੇ ਸਾਡੇ ਪੇਪਰ ਪੈਂਦੇ ਨੇ ਨਾ ਸਕੂਲਾਂ ਦੇ ਵਿੱਚ, ਇਹ ਬਿਲਕੁਲ ਉਹੀ ਚੀਜ਼ ਹੈ। ਉਹ ਵੇਖਦੇ ਨੇ ਵੀ ਹੁਣ ਕਿਹੜਾ ਬੱਚਾ ਸਹੀ ਤਰੀਕੇ ਨਾਲ ਪੜ੍ਹਿਆ ਹੈ, ਤੇ ਜਿਹੜਾ ਸਹੀ ਤਰੀਕੇ ਨਾਲ ਪੜ੍ਹਿਆ ਹੈ ਉਹ ਆਪਣੇ ਇਮਤਿਹਾਨਾਂ ਵਿੱਚੋਂ ਪਾਸ ਹੋ ਜਾਂਦਾ ਹੈ, ਉਹ ਡਰਦਾ ਨਹੀਂ ਹੈ। ਕੇਤਿਆਂ ਦੂਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ 1 ਮਈ ਨੂੰ 400 ਸਾਲਾ ਪ੍ਰਕਾਸ਼ ਗੁਰਪੁਰਬ ਆ ਰਿਹਾ, ਉਹਨਾਂ ਦਾ ਇੱਕ ਸ਼ਬਦ ਆਪਾਂ ਪੜ੍ਹਦੇ ਹਾਂ ਔਰ ਬਹੁਤ ਵਾਰੀ ਆਪਾਂ ਹੁਕਮਨਾਮੇ ਵਿੱਚ ਵੀ ਸੁਣਦੇ ਹਾਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਨੈ ਨਿੰਦਿਆ ਨੈ ਉਸਤਤ ਜਾਂਕੈ, ਲੋਭ ਮੋਹ ਅਭਿਮਾਨਾ। ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਉੱਥੇ ਮਹਾਰਾਜ ਨੇ ਸਾਰੀ ਇਹੀ ਗੱਲ ਦੱਸੀ ਹੈ, ਪਰ ਇਹ ਸਮਝ ਕੇ ਇਹਨੂੰ ਪੈਂਦੀ ਹੈ ਗੁਰ ਕਿਰਪਾ ਜੇ ਨਰਕੋ ਕੀਨੀ। ਤੇ ਜੁਗ ਪਛਾਨੀ, ਉਹਨੂੰ ਪਤਾ ਲੱਗ ਗਿਆ ਜੇ ਦੁਨੀਆ ਉਸਤਤ ਕਰਦੀ ਤਾਂ ਬਾਤਾਂ ਫੁੱਲਣਾ ਨਹੀਂ ਹੈ, ਜੇ ਨਿੰਦਿਆ ਕਰਦੀ ਤਾਂ ਵੀ ਰੋਣਾ ਨਹੀਂ ਹੈ। ਆਪਣਾ ਕੀ ਹੈ, ਆਪਣੀ ਉਸਤਤ ਹੋਣ ਲੱਗ ਜਾ ਆਪਾਂ ਫੁੱਲ ਜਾਂਦੇ, ਹਾਂ ਵੀ ਮੈਂ ਤੇ ਬੜਾ ਧਨਾੜਾ ਬੜਾ ਗਿਆਨੀ ਆ। ਤੇ ਜੇ ਕਿਸੇ ਨੇ ਕਹਿਦਾ ਤੁਸੀਂ ਇਹ ਗਲਤੀ ਕਰ ਦਿੱਤੀ ਤੇ ਆਪਾਂ ਫਿਰ ਉਦਾਸ ਹੋ ਜਾਂਦੇ ਆ, ਫਿਰ ਫਿਕਰਾਂ ਵਿੱਚ ਪੈ ਜਾਂਦੇ ਆ ਵੀ ਇਹ ਕੀ ਬਣ ਗਿਆ। ਗੁਰੂ ਨੇ ਕਿਰਪਾ ਕਰਤੀ, ਤੂੰ ਇਹਨਾਂ ਚੀਜ਼ਾਂ ਵਿੱਚ ਨਹੀਂ ਫਸਣਾ, ਇਹ ਚੱਲੀ ਜਾਣਾ ਹੈ। ਦੁਨੀਆ ਵਿੱਚ ਰਹਿੰਦੇ ਆ ਤੁਹਾਡੀ ਉਸਤਤ ਵੀ ਹੋਣੀ ਹੈ, ਤੇ ਜੇ ਤੁਸੀਂ ਕੋਈ ਨਿੰਦਿਆ ਨਹੀਂ ਹੋਣੀ, ਨਿੰਦਿਆ ਵੀ ਹੋਣੀ, ਲੋਕਾਂ ਨੇ ਕਰਨੀ। ਇਹ ਕੁਦਰਤੀ ਨਿਯਮ ਚੱਲ ਰਿਹਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਲਤਾਨਪੁਰ ਦੇ ਵਿੱਚ ਜਦੋਂ ਮਹਾਰਾਜ ਬੇਈ ਨਦੀ ਦੇ ਵਿੱਚੋਂ ਬਾਹਰ ਆਏ ਤੇ ਜਾ ਕੇ ਸ਼ਮਸ਼ਾਨ ਭੂਮੀ ਵਿੱਚ ਬੈਠ ਗਏ, ਤੇ ਲੋਕ ਪਤਾ ਕੀ ਕਹਿਣ ਲੱਗ ਪਏ ਵੀ ਗੁਰੂ ਨਾਨਕ ਜੀ ਨੂੰ ਭੂਤ ਨਾ ਚਿੰਬੜੇ। ਪਹਿਲਾਂ ਹੀ ਗੱਲਾਂ ਹੀ ਇੱਦਾਂ ਦੀਆਂ ਭੂਤਨਿਆਂ ਵਾਲੀਆਂ ਕਰਦਾ ਸੀ,
ਹੁਣ ਵਾਕਿਆ ਹੀ ਪਤਾ ਲੱਗ ਗਿਆ ਇਹਨੂੰ ਕੋਈ ਭੂਤਨਾ ਚਿੰਬੜਿਆ ਹੋਇਆ ਹੈ। ਭੂਤਨਾ ਚਿੰਬੜਿਆ ਹੀ ਨਹੀਂ, ਬਲਕਿ ਲੋਕਾਂ ਨੇ ਕਹਿਤਾ ਗੁਰੂ ਨਾਨਕ ਖੁਦ ਭੂਤਨਾ ਹੈ। ਕੋਈ ਕਹੇ ਭੂਤਨਾ, ਕੋ ਕਹੇ ਬੇਤਾਲਾ। ਇਹ ਬਾਣੀ ਵਿੱਚ ਮਹਾਰਾਜ ਨੇ ਬਚਨ ਆਪ ਲਿਖੇ ਨੇ। ਪਰ ਤੁਸੀਂ ਆਪਣੇ ਸੱਚ ਦੇ ਮਾਰਗ ਤੇ ਚੱਲਣਾ ਹੈ। ਫਿਰ ਕੀ ਹੋਵੇਗਾ, ਇੱਕ ਦਿਨ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਹੁਣ ਜਦੋਂ ਆਪਾਂ ਨੂੰ ਹੁਕਮ ਦੀ ਸਮਝ ਆ ਗਈ ਨਾ, ਤੇ ਫਿਰ ਪਤਾ ਲੱਗੇਗਾ ਰੱਬ ਨਾਲੋਂ ਮੈਂ ਵਿਛੜਿਆ ਕਿਉਂ ਹਾਂ। ਕਿਰਤ ਕਰਮ ਕੇ ਵਿਛੜੇ, ਫਿਰ ਆਪਾਂ ਕਿਸੇ ਨੂੰ ਦੋਸ਼ ਨਹੀਂ ਦੇਵਾਂਗੇ। ਜਿਵੇਂ ਜਿਵੇਂ ਹੁਕਮ ਨੂੰ ਮੰਨਾਂਗੇ, ਨਾਮ ਜਪਾਂਗੇ, ਬਾਣੀ ਪੜਾਂਗੇ, ਫਿਰ ਸਮਝ ਆਉਣ ਲੱਗ ਜਾਵੇਗੀ ਰੱਬ ਨਾਲੋਂ ਮੈਂ ਵਿਛੜਿਆ ਕਿਉਂ ਹਾਂ, ਕਿਉਂਕਿ ਮੈਂ ਇਹ ਕਰਮ ਕੀਤੇ। ਪਰ ਜਿੰਨਾ ਸਾਡੇ ਮੁਲਕ ਦੇ ਲੋਕਾਂ ਦਾ ਇੱਕ ਸੁਭਾਅ ਹੈ, ਇੱਥੇ ਅੰਗਰੇਜ਼ ਰਾਜ ਕਰਕੇ ਗਏ ਨਾ, ਬੜੀਆਂ ਉਹਨਾਂ ਵਿੱਚ ਚੰਗੀਆਂ ਗੱਲਾਂ ਸੀ, ਬੜੇ ਉਹਨਾਂ ਵਿੱਚ ਗੁਣ ਸਨ ਚੰਗੇ। ਤੇ ਉਹਨਾਂ ਦੀ ਇੱਕ ਗੱਲ ਇਹ ਬੜੀ ਖਾਸ ਸੀ ਕਿ ਜੇ ਉਹਨਾਂ ਦਾ ਕਿਤੇ ਚਲਦਿਆਂ ਪੈਰ ਕੰਡੇ ਤੇ ਆ ਜਾਵੇ ਨਾ, ਤੇ ਉਹ ਪਤਾ ਕੀ ਕਹਿੰਦੇ ਸੀ, ਮੇਰਾ ਪੈਰ ਕੰਡੇ ਤੇ ਧਰਿਆ ਗਿਆ ਹੈ। ਕੀ ਕਹਿੰਦੇ ਸੀ, ਮੇਰਾ ਪੈਰ ਕੰਡੇ ਤੇ ਧਰਿਆ ਗਿਆ ਹੈ। ਆਪਾਂ ਕੀ ਕਹਿੰਦੇ ਆ, ਕੰਡਾ ਮੇਰੇ ਪੈਰ ਵਿੱਚ ਚੁੱਭ ਗਿਆ, ਵੀ ਉਹ ਆਪ ਚੱਲ ਕੇ ਆਇਆ ਤੇਰੇ ਪੈਰ ਵਿੱਚ ਚੁੱਭਣ ਵਾਸਤੇ। ਭਾਵ ਆਪਾਂ ਦੋਸ਼ ਕੰਡੇ ਦੇ ਸਿਰ ਰੱਖਿਆ, ਆਪਣੇ ਤੇ ਨਹੀਂ ਰੱਖਿਆ ਵੀ ਮੇਰੇ ਤੋਂ ਪੈਰ ਗਲਤ ਰੱਖਿਆ ਗਿਆ ਹੈ। ਆਪਣਾ ਸੁਭਾਅ ਹੈ। ਆਪਣੇ ਜੀਵਨ ਵਿੱਚ ਜਿੰਨਾ ਦੁੱਖ ਆਵੇ, ਕੁਝ ਹੋਵੇ, ਆਪਾਂ ਕਹਿੰਦੇ ਆ ਰੱਬ ਨੇ ਇਸ ਤਰ੍ਹਾਂ ਕੀਤਾ ਹੈ, ਜਾਂ ਕਿਸੇ ਬੰਦੇ ਸਿਰ ਮੜ ਦਾਂਗੇ, ਜਾਂ ਇੱਥੋਂ ਤੱਕ ਬੰਦਾ ਚਲਾ ਗਿਆ ਕਿ ਇਹਨੇ ਮਹੀਨਿਆਂ ਸਿਰ ਦੋਸ਼ ਮੜਤਾ। ਇਹ 12ਵਾਂ ਦੀ ਬਾਣੀ ਵਿੱਚ ਮਹਾਰਾਜ ਨੇ ਤਾਂ ਹੀ ਉਪਦੇਸ਼ ਦਿੱਤਾ ਹੈ। ਕਿਸੇ ਮਹੀਨੇ ਵਿੱਚ ਕੋਈ ਦੁੱਖਦਾਇਕ ਘਟਨਾ ਵਾਪਰ ਗਈ, ਬੰਦੇ ਨੇ ਗੱਲ ਪੱਲੇ ਬੰਨ੍ਹ ਲਈ, ਇਹ ਮਹੀਨਾ ਮੇਰੇ ਵਾਸਤੇ ਨੈਸ਼ ਹੀ ਮਾੜਾ ਹੈ, ਬਸ ਉਸ ਮਹੀਨੇ ਨੂੰ ਨੈਸ਼ ਬਣਾ ਦਿੱਤਾ, ਮਾੜਾ ਹੀ ਬਣਾਤਾ। ਕਦੇ ਵੇਖੋ ਆਪਾਂ ਜਿਸ ਸੜਕ ਤੇ GT ਰੋਡ ਤੇ ਜਾਂਦੇ ਹਾਂ, ਕਿਤੇ ਆਪਣਾ ਉੱਥੇ ਐਕਸੀਡੈਂਟ ਹੋ ਜਾਏ, ਕੋਈ ਮਾੜੀ ਘਟਨਾ ਵਾਪਰ ਜੇ, ਕੀ ਆਪਾਂ ਉਹ ਰੋਡ ਛੱਡ ਦਿੰਦੇ ਹਾਂ? ਕਦੇ ਨਹੀਂ ਛੱਡਦੇ, ਕਿਉਂਕਿ ਉਹ ਘਟਨਾ ਵਾਪਰ ਗਈ, ਸਮਾਂ ਲੰਘ ਗਿਆ। ਪਰ ਇੱਥੇ ਉਲਟ ਹੈ ਕਿ ਜੀਵ ਜਾਂ ਪਰਮਾਤਮਾ ਨੂੰ ਦੋਸ਼ ਦੇਵੇਗਾ, ਫਿਰ ਇਹਨੇ ਕਿਸੇ ਦੇਵੀ ਦੇਵਤੇ ਨੂੰ ਦੋਸ਼ ਦੇਤਾ, ਕਿਸੇ ਹੋਰ ਨੂੰ, ਇੱਥੋਂ ਤੱਕ ਦੋਸ਼ ਦਿੰਦਾ ਦਿੰਦਾ ਆ ਗਿਆ ਆਪਣੇ ਮਾਂ ਪਿਓ ਨੂੰ ਦੋਸ਼ ਦੇਣ ਲੱਗ ਜਾਂਦਾ ਹੈ। ਬੰਦੇ ਦਾ ਇਹ ਸੁਭਾਅ ਹੈ, ਜਦ ਕਿ ਸਾਡੇ ਆਪਣੇ ਕਰਮਾਂ ਕਰਕੇ ਸਾਰਾ ਕੁਝ ਵਾਪਰਦਾ ਹੈ। ਜਦੋਂ ਨਾਮ ਦਾ ਅਭਿਆਸ ਕੀਤਾ, ਅੰਦਰੋਂ ਸੁਰਤ ਜਾਗ ਗਈ, ਪਤਾ ਲੱਗ ਗਿਆ ਮੈਂ ਰੱਬ ਨਾਲੋਂ ਵਿਛੜਿਆ, ਤੇ ਉਹਦਾ ਕਾਰਨ ਕੀ ਹੈ? ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਹੈ ਪਰਮਾਤਮਾ, ਤੂੰ ਸਾਡੇ ਤੋਂ ਦੂਰ ਨਹੀਂ ਹੈ, ਅਸੀਂ ਆਪਣੇ ਕਰਮਾਂ ਕਰਕੇ ਤੇਰੇ ਤੋਂ ਵਿਛੜ ਗਏ ਹਾਂ। ਤੇ ਉਹਨੂੰ ਮਿਲਣ ਦਾ ਤਰੀਕਾ ਇੱਕੋ ਹੈ ਕਿ ਉਹਦੀ ਸ਼ਰਨ ਦੇ ਵਿੱਚ ਆ ਜਾਈਏ, ਉਹਦੀ ਸ਼ਰਨ ਦੇ ਵਿੱਚ ਆ ਜਾਈਏ। ਸ਼ਰਨ ਵਿੱਚ ਆਉਣਾ ਕੀ ਹੈ? ਹੁਣ ਫਿਰ ਗੱਲ ਉੱਥੇ ਆ ਜਾਂਦੀ, ਉਹਦੇ ਹੁਕਮ ਨੂੰ ਸਮਝ ਲਈਏ। ਜਦੋਂ ਆਪਾਂ ਉਹਦੇ ਹੁਕਮ ਨੂੰ ਮੰਨਾਂਗੇ, ਸਮਝ ਲਿਆ ਜੋ ਕੁਝ ਦਿੱਤਾ ਹੈ, ਜਿਸ ਤਰ੍ਹਾਂ ਦੀ ਅਕਲ ਸ਼ਕਲ ਮੈਨੂੰ ਦੇਤੀ, ਤੇਰਾ ਧੰਨਵਾਦ, ਜਿਸ ਤਰ੍ਹਾਂ ਦਾ ਪਰਿਵਾਰ ਦੇਤਾ, ਤੇਰਾ ਧੰਨਵਾਦ। ਪਰ ਤੁਸੀਂ ਵੇਖੋ 99% ਬੰਦੇ ਆਪਣੇ ਕਿਰਤ ਤੋਂ ਖੁਸ਼ ਨਹੀਂ ਹਨ। ਉਹ ਕਹਿੰਦੇ ਰੱਬਾ ਤੂੰ ਮੈਨੂੰ ਕਿਸ ਤਰ੍ਹਾਂ ਦਾ ਕਾਰੋਬਾਰ ਦੇਤਾ ਹੈ, ਮੈਂ ਤੇ ਜੱਜ ਹੋਣਾ ਚਾਹੀਦਾ ਸੀ। ਤੁਸੀਂ ਜੱਜਾਂ ਨੂੰ ਜਾ ਕੇ ਪੁੱਛ ਲਓ, ਕਹਿੰਦੇ ਨਹੀਂ ਇਹ ਵੀ ਠੀਕ ਨਹੀਂ ਹੈ। ਭਾਵ ਕਿਸੇ ਨੂੰ ਵੀ ਪੁੱਛ ਲਓ, ਆਪਣੀ ਨੌਕਰੀ ਤੋਂ ਖੁਸ਼ ਨਹੀਂ ਹੈ। ਤੁਸੀਂ ਭਾਈਆਂ ਨੂੰ ਪੁੱਛ ਲਓ, ਗ੍ਰੰਥੀਆਂ ਨੂੰ, ਰਾਗੀਆਂ ਨੂੰ, ਉਹ ਕਹਿੰਦੇ ਅਸੀਂ ਖੁਸ਼ ਨਹੀਂ ਹਾਂ। ਤੋ ਇਸ ਤਰ੍ਹਾਂ ਕੋਈ ਵੀ ਜੋ ਰੱਬ ਨੇ ਜਿਸ ਪਾਸੇ ਲਾਇਆ, ਮਹਾਰਾਜ ਕਹਿੰਦੇ ਉਸ ਵਾਹਿਗੁਰੂ ਨੇ ਸਿਰੇ ਸਿਰ ਧੰਦਾ ਲਾਏਂਦਾ, ਸਾਰਿਆਂ ਨੂੰ ਧੰਦੇ ਲਾਇਆ ਹੋਇਆ। ਬਸ ਇਸ ਖੇਡ ਨੂੰ ਸਮਝ ਲਈਏ। ਭਗਤ ਰਵਿਦਾਸ ਜੀ ਜੁੱਤੀਆਂ ਗਣਦੇ ਨੇ, ਉਹ ਉਸੇ ਵਿੱਚ ਆਨੰਦਿਤ ਨੇ। ਜੋ ਮੈਨੂੰ ਕਿਰਤ ਦੇਤੀ, ਮੈਨੂੰ ਠੀਕ ਹੈ, ਮੈਂ ਤੇਰਾ ਨਾਮ ਜਪਾਂਗਾ ਇੱਥੇ ਬੈਠਾ ਵੀ। ਭਗਤ ਕਬੀਰ ਸਾਹਿਬ ਜੀ, ਉਹਨਾਂ ਨੂੰ ਕਿਰਤ ਦਿੱਤੀ ਪਰਮਾਤਮਾ ਨੇ, ਕੱਪੜਾ ਬੁਣਨਾ। ਜੁਲਾਹਾ ਜਾਤੀ ਵਿੱਚ ਉਹਨਾਂ ਦਾ ਜਨਮ ਹੋਇਆ, ਤੇ ਉਹ ਕੱਪੜਾ ਬੁਣਦੇ ਨੇ ਬੜੇ ਆਨੰਦ ਨਾਲ। ਇਸੇ ਤਰ੍ਹਾਂ ਸਾਰੇ ਭਗਤ, ਉਹ ਸਮਝ ਆ ਗਈ ਕੋਈ ਵੀ ਜਿਹੜੀ ਪਰਮਾਤਮਾ ਨੇ ਕਿਰਤ ਦਿੱਤੀ, ਇਹਦੇ ਦੁਆਰਾ ਹੀ ਮੇਰਾ ਭਲਾ ਹੋਣਾ ਹੈ। ਭਗਤ ਕਬੀਰ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ, ਆਪਾਂ ਵੇਖਦੇ ਹਾਂ ਕਈ ਬੰਦੇ ਆਪਣੇ ਮਨ ਵਿੱਚ ਇਹ ਵੀ ਲਾਂਭਾ ਰੱਖਦੇ ਨੇ, ਪਰਮਾਤਮਾ ਤੂੰ ਮੈਨੂੰ ਜੱਟ ਕਿਉਂ ਨਹੀਂ ਬਣਾਇਆ,
मैनू खतरी क्यों नहीं बनाया। भगत कबीर कहते ने, कबीर मेरी जात को सब को हसने हार। मेरी जात जुलाए सारे हसदे ने, पर बलिहारी इस जात को जे जप्यो परवदगार। मैं इस अपनी जात तो बलिहार जाता हाँ, सदके जाता, क्योंकि जे किसी होर जाति में पैदा होंदा तो मैं शायद रब का नाम ना जपदा। मैं अपनी इस जात तो भी बलिहार हाँ, सदके हाँ, क्योंकि ये परमात्मा ने जो दिता ठीक दिता है। इत्थे रह के मैं नाम जपना सी। किरत कर्म के विछड़े, अपने कर्मा करके विछोड़ा पै गया। ते कर्म माड़े क्यों कीते, क्योंकि असी मर्यादा नूं नहीं जानिया, हुक्म नूं नहीं जानिया। वाहिगुरू की मर्यादा देखो, हर एक चीज़ की मर्यादा है। और यह भी एक बेनती दास करता है, खास करके स्कूल में बच्चे जाते हैं ना, मर्यादा है, वो समा है, इस समय जाना है, इन्ना समा पढ़ना है, इन्ने समय बाद छुट्टी होनी है। इस तरह जे आप धर्म की दुनिया में कुछ प्राप्त करना, सानू मर्यादा में आना पवेगा। पर अपना नितनेम का कोई समा मर्यादा है? कोई मर्यादा नहीं साड़ी नितनेम की भी। अमृत वेले उठना है, कोई 8 बजे उठ के नितनेम कर रहा, कोई 12 बजे कर रहा, कोई शाम कर रहा है। चलो कदे कोई कारण बन जाए, गल वखरी है, पर जिहड़ा सानू समा दिता गया, मर्यादा दी गई, वो आप तोड़ बैठे हैं। गुरबाणी विच थां पर थां लिखिया, सिख दी की मर्यादा है। गुर सतगुर का जो सिख खाए, सो भलके उठ हर नाम ध्यावे। तो सिख का भलका तो हुण 10 बजे हुंदा है, क्योंकि सौंदा ही 12-1 बजे जाके है। हाँ, जे किसी की कोई मजबूरी हो गल वखरी है, पर देखो असी मर्यादा नूं तोड़िया। तो सतगुरु पातशाह सानू बार बार कहते ने, चौथे पैर सुबह कह सुरतियां उपजै चाओ। चौथा पैर हुण किहड़ा है? आरंभ में बेनती की सी, दिन का चौथा पैर शाम नूं 3 बजे तो 6 बजे, ये दिन का चौथा पैर है। रात का चौथा पैर भी यही है, 3 ਤੋਂ 6 सवेरे अमृत वेले का जोड़ा चौथा पैर है, वो 3 बजे तो 6 बजे तक है। जपजी साहब के आरंभ में महाराज ने कहता, अमृत वेला सच नाम वडियाई विचार। जे आपां कर्मां की गति तो बाहर निकलना है तो सानू उस वाहिगुरू का नाम जपना पेगा। नहीं तो एक कर्म चंगा करोगे, नाल उहदे 10 कर्म माड़े हो जाते हैं। बस एक कर्मां की गति में जी पिया होया वार वार जमी जाता है, मरी जाता है। एक वो ने जिन्हां कोले चीज़ ना होवे, तो चलो इस तरह होण। साडे कोल ते महाराज ने इन्ना अमुल भंडार गुरबाणी का वो खजाना दिता है। तो महाराज ने बाणी में बड़ा सोहना आख्या है। महाराज कहते मनमुख इहनूं कहते नहीं, घर होंदा रतन पदार्थ भुखे, भागहीन हर दूरे। घर विच प्यो दादे ने बड़ी जायदाद बनाई, महल माड़ियां खड़ियां कीतियां, पर जिहड़ा बेभागा सी उत्थे भी वो जाके तपड़ विछा के सौंदा रहा, भुखा ही रहा। साडे कोल गुरबाणी का अमोल खजाना, असीं छड्ड के फिर भी होर पासे तुरी फिरदे हां। सिख हो के कोई मड़ियां नूं पूजी जांदा, कोई मट्टियां नूं, कोई धागे तवीत पाई फिरदा है। देखो एक कोल नहीं खजाना, वो गल वखरी है, पर साडे कोल तां सारे महाराज कहंदे, हम धनवंत भागट सच नाए, हर गुण गावे सहज सुभाए। पियो दादे का खोल डिठा खजाना, ता मेरे मन पिया निधाना। इनू खोलीए, विचारीए गुरबाणी नूं। ते कोई महीना माड़ा नहीं है, कोई दिन माड़ा नहीं है, साडे कर्म माड़े ने। जे किसी दिन साडे नाल कुछ माड़ा होया है तो साडे कर्म करके होया है। किसी महीने करके होया है, किसी महीने विच होया है तो साडे कर्म करके होया है। दद्दा दोष ना देऊ किसै, दोष कर्मा आपणिया। जो मैं किया सो मैं पाया, दोष ना दीजै अवर जना। हुण कर्मां दी गति तो सानू एक बचा सकदा है, परमेश्वर दा नाम। तो महाराज कहते भाई वाहिगुरू का नाम जपो। नाम की महिमा की है? जैसरी दी वार दे विच महाराज ने बचन आखे ने, करोड़ा मन लकड़ां कट्ठियां कर लो। करोड़ा मन लकड़ां नूं साड़न वास्ते करोड़ा मन अग नहीं चाहिदी। ईदन कीतो मूकणा भोरी, जितिम भाहे भाहे नामा अग दा।
बस करोड़ा मन ਲੱਕੜਾਂ ਨੂੰ ਭੋਰਾ ਜਿੰਨੀ ਅੱਗ ਦੇ ਦਿਓ। ਇੱਕ ਵਾਰੀ ਅੱਗ ਲੱਗ ਜੇ ਸੀ ਉਹਨਾਂ ਲੱਕੜਾਂ ਨੂੰ ਸਾਰੀਆਂ ਨੂੰ ਸਾੜ ਕੇ ਸਵਾਹ ਕਰ ਦੇਗੀ। ਅੰਮ੍ਰਿਤ ਵੇਲੇ ਉੱਠ ਕੇ ਨਾਮ ਦਾ ਅਭਿਆਸ ਕਰਨਾ, ਭਾਵੇਂ 5 ਮਿੰਟ ਕਰ ਲਿਆ ਕਰੋ। ਵੈਸੇ ਤੇ ਗੁਰੂ ਪਾਤਸ਼ਾਹ ਦਾ ਹੁਕਮ ਹੈ ਚੌਥਾ ਪਹਿਰ ਸਾਰਾ ਸੰਭਾਲਣ ਦਾ, ਪਰ ਫਿਰ ਵੀ ਇਹ ਸਮਾਂ ਐਸਾ ਹੈ ਕਲਯੁਗ ਦਾ, ਅਬ ਕੱਲੂ ਆਇਓ ਰੇ, ਇੱਕ ਨਾਮ ਬਹੁ ਭੋ। ਭਾਵੇਂ ਤੁਸੀਂ 5-7 ਮਿੰਟ 10 ਮਿੰਟ ਜਿੰਨੀ ਵੀ ਸਾਧਨਾ ਆਉਂਦੀ ਕਰਨ ਲੱਗ ਜਾਓ ਲਗਾਤਾਰ। ਜਿਹਦੇ ਨਾਮ ਦੀ ਚਵਾਤੀ ਲੱਗ ਗਈ ਨਾ, ਸਾਡੇ ਕਰਮਾਂ ਨੂੰ ਜਿਹੜੇ ਅੰਦਰ ਪਏ ਨੇ, ਉਹ ਕਰੋੜਾਂ ਜਨਮਾਂ ਦੇ ਕਰਮ, ਕੋਟ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲੀਜੈ ਰੇ। ਕਰੋੜਾਂ ਜਨਮਾਂ ਦੇ ਪਾਪ ਸੜ ਕੇ ਸਵਾਹ ਹੋ ਜਾਣਗੇ। ਇਸ ਵਾਸਤੇ ਰੋਜ਼ ਨਾਮ ਜਪਣਾ ਹੈ। ਜਿਸ ਦਿਨ ਉਹ ਨਾਮ ਅੰਦਰ ਪ੍ਰਕਾਸ਼ਿਤ ਹੋ ਗਿਆ, ਜਨਮਾਂ ਜਨਮਾਂ ਦੇ ਪਾਪ ਕਰਮ ਖਤਮ ਹੋ ਜਾਣਗੇ ਔਰ ਸਾਡਾ ਇਹ ਜੀਵਨ ਸਫਲ ਹੋ ਜਾਵੇਗਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਦੀ ਬਾਣੀ ਅਗਾਧ ਬੋਧ ਹੈ। ਵਿਚਾਰਾਂ ਕਰਦੇ ਹਾਂ, ਉਚਾਰਨ ਕਰਦੇ ਹਾਂ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।